सत श्री अकाल जी, देख रहे हो जो लिविंग इंडिया न्यूज़ ते मैं मनदीप तुहाडा सारा दा स्वागत करदी हां। उम्मीद करदी हां सारे चढ़दी कला दे विच होंगे। सो तुहाडी खिदमत विच हर रोज़ प्रोग्राम लेके हाज़र हुंदे हां वीज़ा लाइव। तुहाडे जिहड़े सवाल हुंदे ने रल मिल के उन्हां दा जवाब लभण दी कोशिश करदे हुंदे हां ते खास चर्चा हुंदी है जी ते हर रोज़ खास मेहमानां नूं मंच दे उपर सदा दिंदे हुंदे हां ते अज सदा दित्ता है जी, बहुत दूरों सदा दित्ता है अंगद इमीग्रेशन तो मनवीर सर नूं स्वागत है। सत श्री अकाल जी। सत श्री अकाल जी। सो पहली गल ते इह वी सर हुणां नाल जदों टाइम लै रहे सीगे सो बड़ा टाइम लग्या। सर हुणी रुझेवें च हुंदे ने। सो पहला मैं रीजन पुछना चाहूंगी भी रुझेवें दा कारण की हुंदा भी इन्ने ज्यादा, क्योंकि कोरोना टाइम चलदा पिया, वैसे सारे कह रहे ने भी ਅਸੀਂ फ्री ਹੈਗੇ ਆ। सो ਤੁਹਾਡਾ रुझेवें ਦਾ ਰੀਜ਼ਨ ਕੀ ਰਹਿ ਰਿਹਾ? ਸਾਰੇ ਐਕਚੁਅਲੀ ਫ੍ਰੀ ਨੇ ਬਟ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਆ ਦੈਟ ਇਜ਼ ਸੁਪਰ ਆਕੂਪਾਈਡ ਤੇ ਅਸੀਂ ਲੇਟ ਨਾਈਟ ਤੱਕ ਕੰਮ ਕਰ ਰਹੇ ਹਾਂ ਬਿਕਾਜ਼ ਕਾਫੀ ਕੁਝ ਚੱਲ ਰਿਹਾ ਇਮੀਗ੍ਰੇਸ਼ਨ ਇੰਡਸਟਰੀ 'ਚ ਜੀ, ਦੈਟਸ ਵਾਈ। ठीक है जी। सो साडे विद्यार्थी दर्शक जो लाइव हो चुके हैं, सानू तुसी कॉल कर सकते हो, नंबर स्क्रीन दे उत्ते लगातार डिस्पले हो रहा है। अमृतसर और दोराहा दो जगह दे उत्ते अंगद इमीग्रेशन दे ऑफिसेस हैगे ने। कोई भी सवाल है जी स्टडी वीज़ा नू लैके, सो कैनेडा जाण नू खास जिहड़ी लैके गलबात असीं अज डिस्कशन करांगे। सो कैनेडा दी लेटेस्ट अपडेट तो शुरू कर देने हैं। विद्यार्थी दी फेवरेट डेस्टिनेशन कैनेडा, लेकिन जो हुण माहौल चल रहा है सो विद्यार्थी डर भी रहा है। सो डर दी गल नू एक साइड दे उत्ते करदे हैं, पहला तो लेटेस्ट अपडेट तो शुरुआत करदे हैं। लेटेस्ट अपडेट जो परसों हाई कमीशन तो उन्होंने अपने CIC ਵੈਬਸਾਈਟ ਦੇ ਉੱਪਰ ਪਾਇਆ ਕਿ ਜਿਹੜਾ ਬੱਚਾ ਫਾਲ ਇਨਟੇਕ, ਸਭ ਤੋਂ ਵੱਡਾ ਇਨਟੇਕ ਹੁੰਦਾ ਸਪਟੈਂਬਰ ਇਨਟੇਕ ਕੈਨੇਡਾ ਦਾ, ਤੇ ਫਾਲ ਇਨਟੇਕ ਦੀ ਐਪਲੀਕੇਸ਼ਨ ਜਿਹੜਾ 15 ਮਈ ਨੂੰ ਸਬਮਿਟ ਕਰ ਦੇਗਾ ਉਹਦਾ ਰਿਜ਼ਲਟ ਅਸੀਂ 6 ਅਗਸਤ ਤੱਕ ਤੁਹਾਨੂੰ ਰਿਜ਼ਲਟ ਦੇ ਦਾਂਗੇ। ਅਗਰ ਕੋਈ 6 ਅਗਸਤ ਤੋਂ ਬਾਅਦ ਤੁਸੀਂ ਪ੍ਰੋਸੈਸ ਕਰੋਗੇ ਐਪਲੀਕੇਸ਼ਨ ਦੈਨ ਦੇ ਹੈਵ ਰਿਟਨ ਵੀ ਮੇ ਨਾਟ ਬੀ ਏਬਲ ਟੂ ਪ੍ਰੋਸੈਸ ਦੈਟ ਐਪਲੀਕੇਸ਼ਨ। ਠੀਕ ਹੈ, ਠੀਕ ਹੈ। ਸੋ ਫਿਰ ਹੁਣ ਐਸੇ ਦੇ ਵਿੱਚ ਵਿਦਿਆਰਥੀ ਹੁਣ ਕੀ ਕਰੇ ਜਿਨ੍ਹਾਂ ਨੇ ਸੋਚਿਆ ਸੀ ਵੀ ਠਹਿਰ ਕੇ ਅਪਲਾਈ ਕਰਾਂਗੇ, ਸੋ ਠਹਿਰ ਕੇ ਅਪਲਾਈ ਕਰਨਗੇ ਫਿਰ ਕੀ ਉਹਨਾਂ ਨੂੰ ਨਹੀਂ ਮਿਲੂਗਾ ਐਡਮਿਸ਼ਨ? ਕੁਛ ਐਸਾ ਹੋ ਸਕਦਾ? ਬੱਚੇ ਬੜੇ ਹੀ ਕਨਫਿਊਜ਼ ਸੀ ਬਿਕਾਜ਼ ਕਈ ਬੱਚਿਆਂ ਦੀਆਂ 8-8 ਮਹੀਨੇ ਤੋਂ ਫਾਈਲਾਂ ਲੱਗੀਆਂ ਹੋਈਆਂ ਨੇ, ਉਹਨਾਂ ਦੇ ਵੀਜ਼ਾ ਨਹੀਂ ਆ ਰਹੇ। ਬਟ ਦੂਸਰੀ ਸਾਈਡ ਤੇ ਇਮੀਗ੍ਰੇਸ਼ਨ ਨੇ ਕਹਿਤਾ ਕਿ ਅਸੀਂ 6 ਅਗਸਤ ਤੱਕ ਡਿਸੀਜਨ ਦਵਾਂਗੇ। ਆਈ ਥਿੰਕ ਇਹ ਆਪਣੇ ਪ੍ਰੋਟੈਸਟ ਹੋਏ ਨੇ, ਮੇ ਬੀ ਉਹਦੇ ਕਰਕੇ ਉਹਨਾਂ ਨੇ ਥੋੜਾ ਇਹ ਪਲਾਨ ਲਾਂਚ ਕੀਤਾ ਵਾ। ਠੀਕ ਹੈ, ਠੀਕ ਹੈ। ਤੇ ਉਸ ਕਰਕੇ ਸਪਟੈਂਬਰ ਇਨਟੇਕ ਦੇ ਲਈ ਦਿਸ ਇਜ਼ ਲਾਈਕ 골ਡਨ ਪੀਰੀਅਡ ਇਨ ਦਾ ਇੰਡਸਟਰੀ ਆਫ ਇਮੀਗ੍ਰੇਸ਼ਨ। ਠੀਕ ਹੈ। ਸੋ ਮਤਲਬ ਕਿ ਤੁਹਾਨੂੰ ਜਿਹੜਾ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੇ ਹੋ, ਕੈਨੇਡਾ ਜਾਣਾ ਚਾਹੁੰਦੇ ਹੋ, ਆਪਣੇ ਸੁਪਨੇ ਸਾਕਾਰ ਕਰਨਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਜਿੱਦਾਂ ਕਿ ਦੱਸਿਆ ਗਿਆ ਵੀ 15 ਮਈ ਤੋਂ ਪਹਿਲਾਂ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਸਬਮਿਟ ਕਰਵਾਉਣੀ ਜ਼ਰੂਰੀ ਹੈ। ਠੀਕ ਹੈ ਜੀ। ਸੋ ਬਾਇਓਮੈਟ੍ਰਿਕਸ ਨੂੰ ਲੈ ਕੇ ਅੱਜ ਜਿਹੜੀ ਅਪਡੇਟ ਆਈ ਹੈ, ਬੱਚਾ ਹੋਰ ਜ਼ਿਆਦਾ ਡਰ ਗਿਆ। ਸੋ ਇਸ ਤੇ ਕੀ ਕਹੋਗੇ, ਤੁਹਾਡੇ ਕੀ ਵਿਚਾਰ ਨੇ? ਬਾਇਓਮੈਟ੍ਰਿਕਸ ਐਕਚੁਅਲੀ 4.5 ਮਈ ਨੂੰ 15 ਬੱਚਿਆਂ ਦੇ ਬਾਇਓਮੈਟ੍ਰਿਕਸ ਦੀ, ਤੇ ਆਈ ਜਸਟ ਵੋਕ ਅਪ ਇਨ ਦਾ ਮਾਰਨਿੰਗ ਐਂਡ ਈਮੇਲ ਆ ਰਹੀ VAC ਤੋਂ ਕਿ ਵੀਜ਼ਾ ਐਪਲੀਕੇਸ਼ਨ ਸੈਂਟਰ 1 ਮਈ ਤੋਂ ਕਲੋਜ਼ ਹੋ ਗਏ ਨੇ ਤੇ ਸਾਰਿਆਂ ਦੀ ਕੈਂਸਲੇਸ਼ਨ ਆ ਗਈ ਆ। ਠੀਕ ਹੈ। ਬਟ ਆਈ ਵਿਲ ਲਾਈਕ ਟੂ ਸੇ ਕਿ ਸਾਰਿਆਂ ਨੂੰ ਕਿ ਹੈਵ ਪੇਸ਼ੈਂਸ, ਮੇਬੀ ਇਟ ਕੈਨ ਬੀ ਫॉर 2 ਵੀਕਸ ਔਰ 3 ਵੀਕਸ ਬਿਕਾਜ਼ ਦੂਸਰੇ ਹੀ ਪੈਰਲਲੀ ਉਹਨਾਂ ਨੇ ਕਹਿਤਾ ਕਿ ਅਸੀਂ ਫਾਈਲਸ ਲੈਣੀਆਂ ਨੇ। ਸੋ ਬੱਚਿਆਂ ਨੂੰ ਇਹੀ ਆ ਕਿ ਫਾਈਲਸ ਲਗਾਓ ਤੁਸੀਂ। ਸਪਟੈਂਬਰ ਇਨਟੇਕ ਬਹੁਤ ਹੀ ਵੱਡਾ ਤੇ ਬਹੁਤ ਹੀ ਰਸ਼ ਪੈ ਰਿਹਾ ਤੇ ਪੈਣ ਵਾਲਾ। ਠੀਕ ਹੈ। ਸੋ ਹੌਸਲਾ ਰੱਖਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਸਾਰਾ ਕੁਝ ਖੁੱਲੂਗਾ, ਸਾਰਾ ਕੁਝ ਬੈਕ ਟੂ ਬੇਸਿਕਸ ਨਾਰਮਲ ਹੋਊਗਾ, ਲੇਕਿਨ ਥੋੜਾ ਜਿਹਾ टाइम लगूगा क्योंकि कैनेडा वालों ही ये अपडेट दी गई है भी फाइल्स तुसी सबमिट करवाओ 15 तरीक तक कराओ। दूजे पन्ने जे बायोमैट्रिक्स नूं लेके जो भी गलबात हैगी है, सो थरमा रखने की जरूरत है। विद्यार्थियों की कतार लगनी शुरू हो गई है। सो दर्शकों की कॉल ले लीए जी। जी। सो साडे नाल साडे दर्शक जुड़े ने जी। सत श्री अकाल जी, स्वागत है जी। कित्थों बोल रहे हो, की नाम है? संपर्क टूट गया है जी। जी, सत श्री अकाल जी। हेलो। हाँ जी, सत श्री अकाल जी, स्वागत है जी। की नाम है, कित्थों बोल रहे हो जी? हाँ जी, सुल्तानपुर लोधी तो। ठीक है जी, बाबे नानक दी नगरी तो बोल रहे हो जी तुसी। हाँ जी, दसो जी की सवाल है? हाँ जी, मेरा सवाल था मेरे ओवरऑल शिक्षा पे एक रीजन के फाइल सर तुसी ना थोड़ा नेटवर्क छो के बोलो, जिथों तक तोड़ा सवाल समझ आया भी ओवरऑल थोड़े 6 ने ते 1 च 5.5 ने। नहीं, 1 च 5 आ। अच्छा, 1 च 5 ने। ठीक है जी। क्वालिफिकेशन की है, सवाल की है जी अपना? मेरी प्लस 2 में एक इतना की मेरी फाइल लगा है। प्लस 2 कीती है, कदों कीती है प्लस 2 ते केड़ी स्ट्रीम दे विच कीती है? 2019 कीती है। नंबर किन्ने ने ते सब्जेक्ट की सीगा? मेरे 80% नंबर है, 8 सब्जेक्ट। ठीक है जी, ठीक है। सो मनवीर जी, विद्यार्थी ਨੂੰ ਕੀ ਸਲਾਹ ਦੋਗੇ ਜੀ? ਅਸੀਂ ਮੈਂ ਹਜੇ ਪਹਿਲਾਂ ਦੱਸਣਾ ਸੀ ਕਿ ਫਾਈਲ ਦੋ ਤਰ੍ਹਾਂ ਦੀ ਹੁੰਦੀ ਆ, ਇੱਕ SDS ਹੁੰਦੀ ਹੈ, ਇੱਕ ਨਾਨ SDS ਹੁੰਦੀ ਹੈ। SDS ਦੇ ਵਿੱਚ 3 ਚੀਜ਼ਾਂ ਚਾਹੀਦੀਆਂ ਨੇ ਕਿ ਤੁਹਾਡੇ ਕੋਲ GIC ਭਰਿਆ ਹੋਇਆ, 1 ਸਾਲ ਦੀ ਫੀਸ ਆ ਤੇ 6 ਈਚ ਬੈਂਡ ਨੇ। ਠੀਕ ਹੈ। ਉਹਦੇ ਲਈ ਤਾਂ ਐਲੀਜੀਬਲ ਨਹੀਂ ਹੈਗੇ। ਨਾਨ SDS ਦੇ ਵਿੱਚ ਵੀ ਮੈਂ ਇਹਨਾਂ ਦੀ ਐਪਲੀਕੇਸ਼ਨ ਨਹੀਂ ਲੈ ਪਾਵਾਂਗਾ ਕਿਉਂਕਿ ਜੋ ਨਾਨ SDS ਚ ਵੀਜ਼ਾ ਆ ਰਹੇ ਨੇ ਜਿਨ੍ਹਾਂ ਦਾ 70-80% ਆ, ਇੱਕ ਮੋਡਿਊਲ ਦੇ ਵਿੱਚੋਂ 5.5 ਨਹੀਂ ਤਾਂ 2 ਮੋਡਿਊਲ ਦੇ ਵਿੱਚੋਂ 5.5।
ਠੀਕ ਹੈ। ਤਾਂ ਆਪਾਂ ਐਪਲੀਕੇਸ਼ਨ ਲੈ ਸਕਦੇ ਹਾਂ। ਸੋ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਆਪਣਾ ਆਇਲਸ ਰਿਪੀਟ ਕਰ ਲੈਣ। ਅਗਰ ਇਹਨਾਂ ਨੂੰ ਆ ਕਿ 16 ਮਈ ਤੋਂ ਪਹਿਲਾਂ ਫਾਈਲ ਲੱਗ ਜਾਵੇ ਦੈਨ ਇਹ ਪੀਟੀ ਕਰ ਸਕਦੇ। ਇੱਕ ਪੀਅਰਸਨ ਟੈਸਟ ਆ, ਉਹਦਾ ਰਿਜ਼ਲਟ 4 ਦਿਨ ਬਾਅਦ ਆ ਜਾਂਦਾ। ਠੀਕ ਹੈ। ਦੈਨ ਇੱਕ ਸੀਡੀ ਆਇਲਸ ਕਹਿੰਦੇ ਨੇ, ਆਈ ਥਿੰਕ ਕੰਪਿਊਟਰ ਬੇਸਡ ਆਇਲਸ ਆ, ਉਹਦਾ ਵੀ ਰਿਜ਼ਲਟ 4 ਤੋਂ 5 ਦਿਨ ਚ ਆ ਜਾਂਦਾ। ਠੀਕ ਹੈ। ਸੋ ਤੁਹਾਨੂੰ ਜਿੱਦਾਂ ਸਰ ਨੇ ਦੱਸਿਆ ਵੀ ਤੁਹਾਨੂੰ ਸਰ ਦੀ ਗਾਈਡਲਾਈਨ ਜਿਹੜੀ ਹੈ ਉਹ ਤੁਹਾਡੇ ਵਾਸਤੇ ਮੈਨੂੰ ਲੱਗਦਾ ਵੀ ਬੈਨੀਫੀਸ਼ੀਅਲ ਹੋ ਸਕਦੀ ਹੈ। ਦੁਬਾਰਾ ਤੁਹਾਨੂੰ ਆਇਲਸ ਅਟੈਂਪਟ ਕਰਨਾ ਜਿਹੜਾ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਰਹੂਗਾ। ਅੱਛਾ, ਇੱਕ ਮੋਡਿਊਲ ਚ 5 ਵਾਲਾ ਜਿਹੜਾ ਵਿਦਿਆਰਥੀ ਨਹੀਂ, ਉਹ ਅਸੀਂ ਨਹੀਂ ਲਗਾਵਾਂਗੇ ਜੀ, ਨਹੀਂ ਹੋ ਸਕਦਾ। ਠੀਕ ਹੈ ਜੀ। ਮੌਂਟਰੀਅਲ ਨੂੰ ਲੈ ਕੇ ਗੱਲਬਾਤ ਵੀ ਜ਼ਰੂਰ ਕਰਾਂਗੇ, ਕਿਊਬਿਕ ਦੀ ਗੱਲਬਾਤ ਜ਼ਰੂਰ ਕਰਾਂਗੇ। ਵਿਦਿਆਰਥੀ ਪੈਨਿਕ ਚ ਹੈ ਜੀ, ਕੁਝ ਵੀ ਨਹੀਂ ਪਤਾ ਲੱਗ ਰਿਹਾ। ਇੱਕ ਤਾਂ ਕਰੋਨਾ ਮਹਾਮਾਰੀ ਚੱਲ ਰਹੀ ਹੈ ਤੇ ਦੂਜੇ ਬੰਨੇ ਜਿਨ੍ਹਾਂ ਨੇ ਫੀਸਾਂ ਭਰੀਆਂ ਨੇ, ਸਟਕ ਹੋਏ ਪਏ ਨੇ ਬੱਚੇ। ਸੋ ਕੀ ਫਿਊਚਰ ਕੀ ਦੇਖਦੇ ਹੋ, ਕੀ ਬਣੂਗਾ ਉਹਨਾਂ ਕਾਲਜਸ ਦਾ, ਕੀ ਬਣੂਗਾ ਉਹਨਾਂ ਵਿਦਿਆਰਥੀਆਂ ਦਾ? ਕਿਊਬਿਕ ਤੋਂ ਵੀ ਰਾਤ ਸਾਨੂੰ ਅਪਡੇਟ ਆਈ ਆ ਕਿ ਕਾਫੀ 10 ਕਾਲਜਸ ਸੀਗੇ ਜਿਹਦੇ ਵਿੱਚ ਕੈਨੇਡਾ ਕਾਲਜ, ਸੀਡੀਆਈ ਕਾਲਜ, ਸੇਜਿਪ ਤੇ ਮੈਟ੍ਰਿਕਸ, ਉਹਦੇ ਵਿੱਚ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਐਪਲੀਕੇਸ਼ਨਸ ਪਾਈਆਂ ਹੋਈਆਂ ਨੇ ਕੈਨੇਡਾ ਕਾਲਜ ਦੇ ਵਿੱਚ, ਸੀਡੀਆਈ ਦੇ ਵਿੱਚ। ਸੋ ਉਹਨਾਂ ਦੀ ਸਾਡੀ ਆਲਰੇਡੀ ਕਨਵਰਸੇਸ਼ਨ ਹੋ ਗਈ ਆ ਕਿ ਜਿਹੜੇ ਬੱਚਿਆਂ ਦੇ ਐਪਲੀਕੇਸ਼ਨਸ ਲੱਗੀਆਂ ਹੋਈਆਂ ਨੇ ਉਹ ਤੁਸੀਂ ਐਪਲੀਕੇਸ਼ਨ ਸਾਡੇ ਕੋਲ ਲਿਆਓ। ਐਪਲੀਕੇਸ਼ਨ ਵਿਦਡਰਾਅ ਵੀ ਨਹੀਂ ਕਰਾਵਾਂਗੇ ਅਸੀਂ। ਉਹਨਾਂ ਨੇ ਇੱਕ ਆਪਸ਼ਨ ਦੇਤੀ ਕਿ ਦੈਟ ਇਜ਼ DLI ਨੰਬਰ ਹੁੰਦਾ, ਡੈਜ਼ਿਗਨੇਟਡ ਇੰਸਟੀਟਿਊਸ਼ਨ ਨੰਬਰ। ਉਹ ਨੰਬਰ ਸਿੱਧਾ ਅਪਡੇਟ ਹੋ ਜਾਏਗਾ ਵਿਦ ਨਿਊ ਕਾਲਜ ਆਫਰ ਲੈਟਰ। ਠੀਕ ਹੈ। ਸੋ ਨਿਊ ਕਾਲਜ ਦੀ ਆਫਰ ਅਸੀਂ ਲੈ ਲਾਂਗੇ। ਅਸੀਂ ਬੱਚਿਆਂ ਲਈ ਇੰਨਾ ਕੁ ਕਰ ਰਹੇ ਹਾਂ ਕਿ ਅਸੀਂ ਫੀਸ ਆਫਟਰ ਵੀਜ਼ਾ ਲਵਾਂਗੇ ਕਿ ਬੱਚਿਆਂ ਦੀ ਫੀਸ ਆਲਰੇਡੀ ਉਧਰ ਫਸੀ ਹੋਈ ਆ ਤੇ ਇੱਕਦਮ ਉਹਨਾਂ ਨੂੰ ਫਿਰ ਤੋਂ 7 ਤੋਂ 8 ਲੱਖ ਰੁਪਇਆ ਭਰਨਾ ਮੁਸ਼ਕਿਲ ਆ। ਠੀਕ ਹੈ। ਸੋ ਅਸੀਂ ਬੱਚਿਆਂ ਦੀ ਫੀਸ ਆਪਣੇ ਕੋਲੋਂ ਭਰ ਕੇ ਵਿਦ ਇਨ 7 to 10 ਬਿਜ਼ਨਸ ਡੇਜ਼ ਉਹਨਾਂ ਦੀ ਨਵੀਂ LOA ਅਪਲੋਡ ਕਰ ਦਵਾਂਗੇ DLI ਨੰਬਰ CIC ਤੇ ਨਾਲ ਰਿਕੁਐਸਟ ਲੈਟਰ ਦਵਾਂਗੇ। ਬਿਕਾਜ਼ CIC ਨੂੰ ਕਿ ਪਤਾ ਵੀ ਬੱਚੇ ਵੀ ਥੋੜੇ ਡਰੇ ਹੋਏ ਨੇ, ਇਸ ਕਰਕੇ ਕਿ ਉਹਨਾਂ ਨੇ ਕਾਲਜ ਚੇਂਜ ਕਰ ਲਿਆ ਤੇ ਇਹਨਾਂ ਨੂੰ ਇਹਦੇ ਬਿਹਾਫ ਤੇ ਡਿਸੀਜਨ ਦਿੱਤਾ ਜੀ। ਠੀਕ ਹੈ। DLI ਦੀ ਗੱਲ ਹੋਈ ਹੈ ਤਾਂ ਚਲੋ DLI ਦਾ ਸਵਾਲ ਫਿਰ ਕਰਦੇ ਹਾਂ। ਪਹਿਲਾਂ ਦਰਸ਼ਕ ਦੀ ਕਾਲ ਲੈਣੇ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ ਜੀ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕਾਲ ਤੁਹਾਡੀ ਲਾਈਵ ਸ਼ੋਅ 'ਚ ਜੁੜ ਚੁੱਕੀ ਹੈ। ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਜੀ? ਹੈਲੋ ਸਰ, ਸਵਾਲ ਕੀ ਹੈ ਜੀ? ਤੁਹਾਡੀ ਕਾਲ ਸ਼ੋਅ ਦੇ ਵਿੱਚ ਜੁੜ ਚੁੱਕੀ ਹੈ, ਆਪਣਾ ਸਵਾਲ ਸਾਂਝਾ ਕਰੋ ਜੀ। ਹਾਂਜੀ ਮੈਡਮ, ਮੈਂ ਪਲੱਸ 2 ਕੀਤੀ ਹੋਈ ਹੈ। ਠੀਕ ਹੈ, +2 ਕੀਤੀ ਹੈ ਜੀ। ਸਵਾਲ ਕੀ ਹੈ ਜੀ? ਹਾਂਜੀ, ਮੈਂ ਬਾਹਰ ਦੀ ਕੰਟਰੀ ਆਣਾ ਚਾਹੁੰਦਾ, ਕਿਹੜੀ ਕੰਟਰੀ ਜਾ ਸਕਦਾ ਹਾਂ? ਬਾਹਰ ਦੀ ਕੰਟਰੀ ਜਾਣਾ ਚਾਹੁੰਦੇ ਹੋ, ਕਿਹੜੀ ਕੰਟਰੀ ਜਾ ਸਕਦੇ ਹੋ? ਪ੍ਰੋਫਾਈਲ ਕੀ ਹੈ ਜੀ ਆਪਣੀ? ਆਇਲਸ ਕਰ ਚੁੱਕੇ ਹੋ? ਹਾਂਜੀ, ਹਾਂਜੀ, ਠੀਕ ਹੈ। ਆਇਲਟਸ ਕਰ ਚੁੱਕੇ ਹੋ? ਨਹੀਂ, ਆਈਲੈਟ ਨਹੀਂ ਹੈ ਜੀ। ਠੀਕ ਹੈ ਜੀ। ਫਿਰ PT ਕੀਤਾ? ਮੈਂ ਸਿਰਫ ਪਲੱਸ 2 ਕੀਤੀ ਹੈ। ਠੀਕ ਹੈ ਜੀ। ਸਰ, ਕੀ ਸਲਾਹ ਦੋਗੇ ਜੀ? +2 ਕੀਤੀ ਹੈ, ਵਿਦਿਆਰਥੀ ਬਾਹਰ ਜਾਣਾ ਚਾਹੁੰਦਾ। +2 ਅਗਰ ਇਹਨਾਂ ਨੇ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਆ ਫਿਰ ਇੱਕੋ ਹੀ ਆਪਸ਼ਨ ਬਚਦੀ ਕਿ UK ਜਾ ਸਕਦੇ ਨੇ। ਅਗਰ ਇਹਨਾਂ ਨੂੰ ਤੁਸੀਂ ਪੰਜਾਬ ਬੋਰਡ ਤੋਂ +2 ਕੀਤੀ ਕਿ CBSE ਬੋਰਡ ਤੋਂ ਕੀਤੀ ਹੈ ਜੀ? ਜੀ, ਪੰਜਾਬ ਬੋਰਡ ਤੋਂ ਬਣੀ। ਪੰਜਾਬ ਬੋਰਡ ਤੇ +2 ਕਿਹੜੀ ਸਟਰੀਮ ਚ ਕੀਤੀ ਤੁਸੀਂ? ਹਾਂਜੀ, +2 ਕਿਹੜੇ ਸਬਜੈਕਟ ਚ ਕੀਤੀ ਹੈ ਜੀ ਆਪਾਂ? ਮੈਂ ਕਾਮਰਸ ਕੀਤੀ ਹੈ। ਕਾਮਰਸ ਕੀਤੀ ਹੈ। ਕਾਮਰਸ ਚ ਕੀਤੀ ਆ ਤਾਂ ਤੁਹਾਡਾ ਮੀਡੀਅਮ ਆਬਵੀਅਸਲੀ ਇੰਗਲਿਸ਼ ਮੀਡੀਅਮ ਸੀ ਤੁਹਾਡਾ। ਹਾਂਜੀ ਹਾਂਜੀ ਤੇ ਇੰਗਲਿਸ਼ ਚੋਂ ਨੰਬਰ ਕਿੰਨੇ ਸੀ ਤੁਹਾਡੇ? ਹਾਂਜੀ, ਇੰਗਲਿਸ਼ ਵਿੱਚ ਹੋ ਗਏ। ਜੀ, ਠੀਕ ਹੈ। ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ। ਸੋ ਪਹਿਲੀ ਸਲਾਹ ਮੈਨੂੰ ਲੱਗਦਾ ਵੀ ਪਹਿਲੀ ਜਿਹੜੀ ਪੌੜੀ ਹੈਗੀ ਹੈ ਉਹ ਆਇਲਸ ਦਾ ਪੇਪਰ ਹੈਗਾ। ਹਾਂਜੀ, ਬਟ ਜੇ ਇਹਨਾਂ ਦੇ ਇੰਗਲਿਸ਼ ਦੇ ਵਿੱਚੋਂ 60% ਹੁੰਦਾ CBSE ਬੋਰਡ ਤੇ, ਪੰਜਾਬ ਬੋਰਡ ਦੇ 70% ਨੰਬਰ ਨੇ, ਦੈਨ ਦੇ ਕੈਨ ਅਪਲਾਈ ਫॉर UK ਸਟੂਡੈਂਟ ਵੀਜ਼ਾ ਵਿਦਆਊਟ ਆਇਲਸ। ਜੀ, ਠੀਕ ਹੈ ਜੀ। ਸੋ ਵਿਦਆਊਟ ਆਇਲਸ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਜ਼ਿਆਦਾ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲੈਣ ਕਿਉਂਕਿ ਲੰਬੀ ਡਿਸਕਸ਼ਨ ਹੋ ਜਾਂਦੀ ਹੈ ਨਾ। ਬਾਕੀ ਤੁਸੀਂ ਆਫਿਸ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ। ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। ਪਾਥਵੇ ਨੂੰ ਲੈ ਕੇ ਜ਼ਰੂਰ ਗੱਲਬਾਤ ਕਰਨਾ ਚਾਹਾਂਗੇ। ਇੱਥੇ ਪਾਥਵੇ ਨਾਮ ਦੀ ਚੀਜ਼ ਵਾਕਈ ਚ ਹੁੰਦੀ ਹੈ ਕਿ ਸਿਰਫ ਤੇ ਸਿਰਫ ਵਿਦਿਆਰਥੀ ਨੂੰ ਇੱਕ ਵਹਿਮ ਚ ਪਾਇਆ ਜਾਂਦਾ ਹੈ, ਭਰਮ ਚ ਪਾਇਆ ਜਾਂਦਾ ਹੈ ਤੇ ਉਹਦੇ ਕੋਲ ਜਿਹੜੇ 2 ਰੁਪਏ ਹੈਗੇ ਉਹ ਵੀ ਉਹਦੇ ਖਰਚ ਕਰਵਾਏ ਜਾਂਦੇ ਨੇ। ਐਕਚੁਅਲੀ ਪਹਿਲਾਂ SDS ਚ ਪਬਲਿਕ ਕਾਲਜ ਹੀ ਹੁੰਦੇ ਸੀਗੇ। ਪਾਥਵੇ ਥੋੜਾ ਪਹਿਲਾਂ ਵੀ ਚੱਲ ਰਿਹਾ ਸੀ ਬਟ ਹੁਣ ਥੋੜਾ ਜ਼ਿਆਦਾ ਕਾਲਜਸ ਆ ਗਏ ਨੇ। ਕਿਉਂਕਿ ਪਾਥਵੇ ਦਾ ਸਵਾਲ ਪੁੱਛਣ ਦਾ ਇਹ ਰੀਜ਼ਨ ਹੈ ਕਿ ਪਿੱਛੇ ਜੇ ਸਿੰਗਾਪੁਰ ਦਾ, ਜਦੋਂ ਆਪਾਂ ਥੋੜਾ ਜਿਹਾ ਪਿੱਛੇ ਚੱਲਦੀ ਹੈ 4-5 ਸਾਲ ਪਹਿਲਾਂ, ਸਿੰਗਾਪੁਰ ਪਾਥਵੇ ਬਹੁਤ ਜ਼ਿਆਦਾ ਫੇਮਸ ਹੋਇਆ ਸੀਗਾ। ਹੁਣ ਜੇ ਅੱਜ ਦੀ ਲੇਟੈਸਟ ਗੱਲ ਕਰਾਂ ਤਾਂ ਹੁਣ ਵੀ ਬਹੁਤ ਛੋਟੇ-ਛੋਟੇ ਮੁਲਕ ਜਿਹੜੇ ਜਿਨ੍ਹਾਂ ਨੇ ਪਾਥਵੇ ਦੇਣੇ ਸ਼ੁਰੂ ਕਰ ਦਿੱਤੇ ਨੇ। ਸੋ ਨਤੀਜੇ ਕੀ ਨਿਕਲੇ? ਕਈਆਂ ਨੂੰ ਫਾਇਦੇ ਹੋਏ, ਕਈਆਂ ਨੂੰ ਨੁਕਸਾਨ ਹੋਏ। ਜਦੋਂ ਮਾਰਕੀਟ ਚੋਂ ਵਿਚਰਦੇ ਆ ਉਦੋਂ ਲੋਕੀ ਜ਼ਿਆਦਾ ਨੁਕਸਾਨ ਦੀ ਗੱਲ ਕਰਦੇ ਨੇ। ਮੈਂ ਤੁਹਾਡੇ ਕੋਲੋਂ ਇਹਦਾ ਪੱਖ ਪੁੱਛਣਾ ਚਾਹੂੰਗੀ, ਤੁਹਾਡੇ ਅਕੋਰਡਿੰਗ ਕੀ ਸਹੀ ਪੱਖ ਹੈ? ਪਾਥਵੇ ਕਿਹੜੇ ਵਿਦਿਆਰਥੀ ਨੂੰ ਲੈਣਾ ਚਾਹੀਦਾ ਤੇ ਕਿਹੜਾ ਪਾਥਵੇ ਜਿਹੜਾ ਵਿਦਿਆਰਥੀ ਵਾਸਤੇ ਸਹੀ ਹੈ? ਪਹਿਲਾਂ ਪਾਥਵੇਜ਼ ਹੁੰਦੇ ਸੀ ਕਿ ਤੁਸੀਂ ਸਿੰਗਾਪੁਰ ਜਾਓ, ਸਿੰਗਾਪੁਰ ਤੋਂ ਤੁਹਾਨੂੰ ਅੱਗੇ ਭੇਜਾਂਗੇ, ਬਟ ਹੁਣ ਪਾਥਵੇ ਹੈਗੇ ਕੈਨੇਡਾ ਦੀ। ਉਸ ਦੇ ਵਿੱਚ ਕੀ ਕੀਤਾ ਇਹਨਾਂ ਨੇ ਕਿ ਅਗਰ ਤੁਹਾਡੀ ਰਿਕੁਆਇਰਮੈਂਟ ਸਰਕਾਰੀ ਕਾਲਜ ਦੇ ਵਿੱਚ ਨਹੀਂ ਬਣਦੀ, ਪਹਿਲਾ ਕਾਲਜ ਤੁਹਾਨੂੰ ਪ੍ਰਾਈਵੇਟ ਕਾਲਜ ਦੇ ਵਿੱਚ ਪੜ੍ਹਨਾ ਪਏਗਾ।
ਜਿੱਦਾਂ ਮੈਂ ਆਪਣਾ ਲੈ ਲਾਂ ਕਿ ਵਿਦਰਾਹੇ ਦੇ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ 'ਚ ਬੱਚਾ ਪੜ੍ਹ ਰਿਹਾ ਬਟ ਉਹਨੂੰ ਡਿਗਰੀ ਮਿਲਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ। ਸੋ ਉੱਥੇ ਵੀ ਉਹੀ ਐਗਜ਼ਾਮਪਲ ਆ ਕਿ ਪਹਿਲਾ ਸਾਲ ਤੁਸੀਂ ਪ੍ਰਾਈਵੇਟ ਕਾਲਜ 'ਚ ਲਾਓਗੇ, ਪ੍ਰਾਈਵੇਟ ਕਾਲਜ ਦੀ ਰਿਕੁਆਇਰਮੈਂਟ ਹੁੰਦੀ ਆ ਕਿ 6 ਬੈਂਡ ਓਵਰਆਲ, 1 ਚੋਂ 5.5, 2 ਚੋਂ 5.5। ਉਸ ਤੋਂ ਬਾਅਦ ਕਹਿੰਦੇ ਨੇ ਕਿ ਦੂਸਰਾ ਸਾਲ ਤੁਹਾਡਾ ਸਰਕਾਰੀ ਕਾਲਜ 'ਚ ਲੱਗੇਗਾ। ਸੋ ਤੁਹਾਡੇ ਪਹਿਲੇ ਇਨਟੇਕ ਦੇ ਪਹਿਲੇ ਈਅਰ ਦੇ ਜੋ 2 ਸਮੈਸਟਰ ਨੇ ਉਹ ਕ੍ਰੈਡਿਟ ਹੋ ਜਾਂਦੇ ਨੇ ਦੂਸਰੇ ਸਾਲ ਦੇ, ਦੈਨ ਯੂ ਵਿਲ ਗੈਟ ਡਿਪਲੋਮਾ ਫਰੋਮ ਗਵਰਨਮੈਂਟ ਕਾਲਜ। ਸੋ ਇਹਦੇ ਵਿੱਚ ਸਾਡੇ ਕੋਲ ਕਾਫੀ ਕਾਲਜ ਨੇ। ਪਹਿਲਾ ਕਾਲਜ ਅਸੀਂ ਗ੍ਰੈਨਵਿਲ ਕਾਲਜ ਕਰ ਰਹੇ ਹਾਂ, ਦੈਟ ਇਜ਼ ਲੇਟੈਸਟ ਕਾਲਜ। ਉਹਦੇ ਵਿੱਚ ਬੱਚਾ 1 ਸਾਲ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਕਰੇਗਾ, ਦੈਨ ਉਹਦੀ ਮੂਵ ਹੋ ਜਾਏਗਾ ਉਹ ਵੈਨਕੂਵਰ ਕਮਿਊਨਿਟੀ ਕਾਲਜ ਦੇ ਵਿੱਚ। 1 ਸਾਲ ਉੱਥੇ ਪੜੇਗਾ, ਦੈਨ ਹੀ ਵਿਲ ਗੈਟ 3 ਈਅਰ ਵਰਕ ਪਰਮਿਟ। ਠੀਕ ਹੈ। ਸੋ ਇਸੇ ਸਵਾਲ ਤੇ ਫਿਰ ਤੋਂ ਆਵਾਂਗੇ, ਦਰਸ਼ਕ ਦੀ ਕਾਲ ਇੱਕ ਲੈ ਲੈਣੇ ਆ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕਿੱਥੋਂ ਬੋਲ ਰਹੇ ਹੋ? हाँ जी स्वागत है जी, की नाम है, कित्थों बोल रहे हो जी, सवाल की है? अमरगढ़ तो बोल रहे हैं मैडम। ठीक है जी, सवाल की है जी, कित्थों बोल रहे हो? अमरगढ़ तो जी। अमरगढ़ तो ठीक है जी, की सवाल है सर? सवाल है जी, बेटे ने आईटी की है जी। ठीक है जी, पढ़ाई कितनी है ते आइल्स दा बैंड स्कोर की है जी? बैंड स्कोर की होवे ओवरऑल 5.5 है। ओवरऑल 5.5 ने। ठीक है जी, ते क्वालिफिकेशन की है? प्लस 2 की है जी, 20 पास आउट है जी। ओके, 20 पास आउट है। नंबर कितने ने प्लस 2 दे विच? वो तो 60% ऊपर ने जी। ठीक है जी, अपना सवाल की है? सवाल है कि फाइल लग सकती है? 5.5 बैंड ओवरऑल दे उत्ते फाइल लग सकती है। कैनेडा दी फाइल लगातार डिस्प्ले हो रहा है जी, संपर्क तुसी कर सकते हो। तुसी गल कर रहे थे भी कॉल
ਡੈਸਟੀਨੇਸ਼ਨ ਵੀ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਵੀ ਤੁਸੀਂ ਚੂਜ਼ ਕੀਤੀ ਹੋਈ ਹੈ, ਕੀ ਕਹੋਗੇ ਸਰ? ਪਲੱਸ 2 ਤੁਹਾਡੀ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੋਈ ਆ? ਨॉन ਮੈਡੀਕਲ ਸਟਰੀਮ। ਤੇ ਪਹਿਲਾਂ ਤੁਹਾਡਾ ਕਿਹੜੇ ਕਾਲਜ 'ਚ ਰਿਫਿਊਜ਼ ਹੋਇਆ? ਸਰ ਰਿਫਿਊਜ਼ ਨਹੀਂ, ਮੈਂ ਹਲੇ ਆਪਣੀ ਫਰੈਸ਼ਰ ਸਟੂਡੈਂਟ ਨੇ 5.5 ਬੈਂਡ ਇੱਕ ਮੋਡਿਊਲ ਦੇ ਵਿੱਚ ਹੈਗੇ ਨੇ, ਸੋ ਆਪਣੀ ਮਰਜ਼ੀ ਦੀ ਪ੍ਰੋਵਿੰਸ 'ਚ ਜਾਣਾ ਚਾਹੁੰਦੇ ਨੇ, ਓਨਟਾਰੀਓ ਦੇ ਵਿੱਚ ਨਾਇਗਰਾ ਕਾਲਜ ਹੈ ਨਾ, ਸੋ ਉੱਥੇ ਜਾ ਸਕਦੇ ਨੇ ਜਾਂ Plus ਫਿਰ two ਨਹੀਂ? ਕਿਹੜੀ stream 'ਚ? ਪਲੱਸ 2 ਨਾਨ ਮੈਡੀਕਲ ਹੈ ਜੀ। ਤੁਹਾਨੂੰ ਨਾਇਗਰਾ ਕਾਲਜ ਹੋ ਗਿਆ, ਇੱਕ ਸੇਂਟ ਕਲੀਅਰ ਕਾਲਜ ਵਿੰਡਸਰ ਹੋ ਗਿਆ, ਤੇ ਇੱਕ ਤੁਹਾਡਾ ਲਾਇਲਿਸਟ ਕਾਲਜ ਆਇਆ ਬਰੈਂਪਟਨ ਕੈਂਪਸ ਮਿਸੀਸਾਗਾ। ਤਿੰਨਾਂ 'ਚ ਐਡਮਿਸ਼ਨ ਹੋ ਜਾਏਗੀ। ਉਹਦੇ ਕੋਲ ਸਪਟੈਂਬਰ ਬੈਚ ਦੀਆਂ ਸਾਡੇ ਕੋਲ ਸੀਟਸ ਹੈਗੀਆਂ ਨੇ। ਤੁਸੀਂ ਮੰਡੇ ਆਈ ਥਿੰਕ ਕਾਲ ਤੇ ਅਪਾਇੰਟਮੈਂਟ ਲੈ ਲਿਓ, ਮੰਡੇ ਤੁਸੀਂ ਆ ਜਿਓ ਆਫਿਸ ਤੇ ਐਡਮਿਸ਼ਨ ਲੈ ਦਾਂਗੇ। ਬਟ ਉਹਦੇ ਲਈ ਕੀ ਆ, ਤੁਹਾਡੀ ਫੀਸ ਰੈਡੀ ਹੋਣੀ ਚਾਹੀਦੀ, GIC ਰੈਡੀ ਹੋਣਾ ਚਾਹੀਦਾ, ਕਿ ਟਾਈਮ ਬਹੁਤ ਲਿਮਿਟਡ ਆ। 16 ਮਈ ਤੱਕ ਆਪਾਂ ਨੇ ਫਾਈਲ ਸਾਰੀ ਰੈਡੀ ਕਰਕੇ ਸਬਮਿਟ ਕਰ ਸੋ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ, ਦੇਰੀ ਨਾ ਕਰੋ। ਤੁਸੀਂ ਸਾਰਾ ਪ੍ਰੋਗਰਾਮ ਜਿਹੜਾ ਫੇਸਬੁੱਕ ਤੇ ਲਾਈਵ ਦੇਖ ਸਕਦੇ ਹੋ, ਜਿਹਦਾ ਸਟਾਰਟਿੰਗ 'ਚ ਲੇਟੈਸਟ ਅਪਡੇਟ ਅਸੀਂ ਡਿਸਕਸ ਕੀਤੀ ਸੀ। ਸੋ ਜੇਕਰ ਤੁਸੀਂ ਸੈਪਟੈਂਬਰ ਇਨਟੇਕ ਲਈ ਜਾਣਾ ਚਾਹੁੰਦੇ ਹੋ ਤਾਂ ਬਿਲਕੁਲ ਵੀ ਦੇਰੀ ਨਾ ਕਰੋ। ਸੋ ਵੇਲਾ ਬਹੁਤ ਘੱਟ ਹੈ ਤੇ ਕਾਲਸ ਬਹੁਤ ਜ਼ਿਆਦੀਆਂ ਨੇ, ਸੋ ਸਾਰੀਆਂ ਕਾਲਸ ਲੈਣਾ ਪੋਸੀਬਲ ਵੀ ਨਹੀਂ ਹੈਗਾ। ਸਵਾਲ ਇੱਕ ਹੋਰ ਜਾਂਦੇ ਜਾਂਦੇ ਜ਼ਰੂਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ। ਇੱਕ ਤਾਂ ਸਾਰੇ ਵਿਦਿਆਰਥੀਆਂ ਨਾਲ ਅੱਜ ਤੁਸੀਂ ਸੁਨੇਹਾ ਕੀ ਸਾਂਝਾ ਕਰਨਾ ਹੈ, ਐਂਡ ਦੂਜੀ ਗੱਲ ਮਾਰਕੀਟ 'ਚ ਬਹੁਤ ਸਾਰੇ ਇਮੀਗ੍ਰੇਸ਼ਨ ਹੈਗੇ ਨੇ, ਸੋ ਵਿਦਿਆਰਥੀ ਅੰਗਦ ਇਮੀਗ੍ਰੇਸ਼ਨ ਕੋਲ ਆਵੇ ਤਾਂ ਕਿਉਂ ਆਵੇ, ਕੀ ਸੋਚ ਕੇ ਆਵੇ? ਅੰਗਦ ਇਮੀਗ੍ਰੇਸ਼ਨ ਐਕਚੁਅਲੀ ਮੈਂ 2012 ਚ ਸਟਾਰਟ ਕੀਤੀ ਸੀਗੀ, ਤੇ ਉਸ ਤੋਂ ਬਾਅਦ ਮੈਂ ਕੈਨੇਡਾ ਮੂਵ ਹੋਇਆ PR ਤੇ। ਉੱਥੋਂ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੋਰਸ ਵੀ ਕੀਤਾ ਵਾ, ਜਿਹਦੇ ਨਾਲ ਅੱਗੇ ਬੰਦਾ ICCRC ਲਾਇਸੈਂਸ ਲੈ ਸਕਦਾ। ਉਹ ਵੀ ਮੈਂ ਆਲਰੇਡੀ ਲੈ ਲਵਾਂਗਾ ਅਗਲੇ ਸਾਲ ਤੱਕ। ਸੋ ਇਸ ਕਰਕੇ ਸਾਡੇ ਡਾਇਰੈਕਟ ਕਾਲਜਿਸ ਦੇ ਨਾਲ ਲਿੰਕਸ ਨੇ, ਕਾਫੀ ਏਜੰਟਸ ਨੇ, ਆਪਾਂ ਉਹਨਾਂ ਦਾ ਨਾਮ ਵੀ ਨਹੀਂ ਲੈਣਾ। ਕਾਫੀ ਗੁੰਮਰਾਹ ਬਹੁਤ ਹੋ ਰਹੇ ਨੇ ਬੱਚੇ, ਤੇ ਬੜੇ ਮੇਰੇ ਕੋਲ ਅੰਮ੍ਰਿਤਸਰ ਅਸੀਂ ਨਵਾਂ ਆਫਿਸ ਓਪਨ ਕੀਤਾ 에ਅਰਪੋਰਟ ਰੋਡ ਤੇ, ਕਾਫੀ ਬੱਚੇ ਉੱਥੇ ਆਏ ਨੇ ਕਿ ਜੀ ਕਿਸੇ ਨੇ ਸਾਡੇ ਤੋਂ ਬਲੈਂਕ ਪੇਪਰ ਤੇ ਸਾਈਨ ਕਰਾਏ ਹੋਏ ਨੇ, ਕਿਸੇ ਨੇ ਚੈੱਕ ਤੇ ਕਰਾਏ ਹੋਏ ਨੇ। ਸੋ ਮੈਂ ਬੱਚਿਆਂ ਨੂੰ ਇਹੀ ਕਹਿਣਾ ਕਿ ਇਹ ਚੀਜ਼ਾਂ ਤੁਸੀਂ ਨਾ ਕਰਿਆ ਕਰੋ। ਜਿਹੜਾ ਜੈਨੂਇਨ ਏਜੰਟ ਆ ਉਹ ਤੁਹਾਡੇ ਤੋਂ ਬਲੈਂਕ ਪੇਪਰ ਤੇ ਸਾਈਨ ਕਿਉਂ ਕਰਾਏਗਾ ਜਾਂ ਚੈੱਕਾਂ ਤੇ ਸਾਈਨ ਕਿਉਂ ਕਰਾਏਗਾ? ਅਗਰ ਆਫਟਰ ਵੀਜ਼ਾ ਵੀ ਕਰਦਾ, ਅਗਰ ਉਸ ਨੂੰ ਟਰਸਟ ਆ ਤੁਹਾਡਾ, ਉਹ ਤਾਂ ਆਫਟਰ ਵੀਜ਼ਾ ਕਰ ਰਿਹਾ ਵਾ। ਸੋ ਇਹ ਚੀਜ਼ਾਂ ਤੋਂ ਪਰਹੇਜ਼ ਕਰੋ ਕਿ ਤੁਸੀਂ ਕਿਸੇ ਨੂੰ ਵੀ 1 ਰੁਪਈਆ ਪਹਿਲਾਂ ਨਾ ਦਵੋ, ਕਿ ਜਿਹਨੇ 1 ਰੁਪਈਆ ਜਾਂ 50,000 ਪ੍ਰੋਸੈਸਿੰਗ ਫੀਸ ਪਹਿਲਾਂ ਲੈ ਲਈ, 25,000 ਪ੍ਰੋਸੈਸਿੰਗ ਫੀਸ ਪਹਿਲਾਂ ਲੈ ਲਈ, ਉਹ ਕਿੱਦਾਂ ਕੰਮ ਕਰਨਗੇ? ਤੁਸੀਂ ਸਾਡੇ ਕੋਲ ਆਓਗੇ, ਅਸੀਂ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਲੈਣੇ ਨੇ, ਸਿਰਫ ਤੁਹਾਡੇ ਓਰੀਜਨਲ ਤੁਸੀਂ ਡਾਕੂਮੈਂਟਸ ਲੈ ਕੇ ਆਉਣੇ ਨੇ। ਤੇ ਲਾਸਟ ਗੱਲ ਜਿਹੜੀ ਆ, ਹੁਣ 16 ਮਈ ਤੱਕ ਸਬਮਿਸ਼ਨ ਆ। ਪ੍ਰਾਈਵੇਟ ਕਾਲਜਸ ਤੋਂ ਇਲਾਵਾ ਜਿਹੜੇ ਬੱਚਿਆਂ ਦੇ CAQ ਵੀ ਆਏ ਹੋਏ ਨੇ ਜਾਂ ਜਿਨ੍ਹਾਂ ਦੀਆਂ ਮੌਂਟਰੀਅਲ 'ਚ ਫਾਈਲਾਂ ਫਸੀਆਂ ਹੋਈਆਂ ਨੇ, ਉਹ ਵੀ ਸਾਡੇ ਕੋਲ ਆ ਸਕਦੇ। ਵਿਦਿਨ 1 ਵੀਕ ਅਸੀਂ ਉਹਨਾਂ ਦਾ DLL ਨੰਬਰ ਅਪਡੇਟ ਕਰ ਦਾਂਗੇ। ਐਵਲੋਨ ਕਾਲਜ ਹੈ ਮੌਂਟਰੀਅਲ ਦੇ ਵਿੱਚ, ਸਾਡੇ ਕੋਲ ਉਹਨਾਂ 'ਚ ਬਹੁਤ ਵਧੀਆ ਪ੍ਰੋਗਰਾਮ ਆ। 2 ਤੋਂ 4 ਦਿਨਾਂ ਦੇ ਵਿੱਚ ਅਸੀਂ ਫੀਸ ਪੇ ਕਰਕੇ ਕਾਲਜ ਨੂੰ ਉਹਨਾਂ ਦਾ DLI ਅਪਡੇਟ ਕਰਾਂਗੇ। ਤੇ 16 ਮਈ ਦੇ ਲਈ ਤੁਸੀਂ ਐਪਲੀਕੇਸ਼ਨਸ ਅਗਲੇ ਹਫਤੇ, ਸਾਡੀ ਫ੍ਰੀ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਆ, ਚਾਹੇ ਉਹ ਨਾਇਗਰਾ ਕਾਲਜ ਆ, ਚਾਹੇ ਸੈਨਿਕਾ, ਸ਼ੈਡਨ, ਸਾਰੇ ਕਾਲਜਿਸ ਦੀ ਆਫਰ ਲੈਟਰ ਦੀ ਫੀਸ ਵੇਵ ਆਫ ਕੀਤੀ ਹੋਈ ਹੈ ਜੀ। ਠੀਕ ਹੈ ਜੀ, ਸੋ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ। ਤੇ ਜਿਹੜਾ ਤੁਸੀਂ ਸੁਨੇਹਾ ਦਿੱਤਾ ਵੀ ਤੁਸੀਂ ਜਿਹੜੇ ਠੱਗਾ ਤੋਂ ਬਚੋ, ਸੋ ਇਹ ਬਿਲਕੁਲ ਸਹੀ ਗੱਲ ਹੈਗੀ ਹੈ। ਸੋ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਮਨਵੀਰ ਜੀ। ਸੋ ਸਾਡਾ ਵਿਦਿਆਰਥੀ ਦਰਸ਼ਕ ਸਾਨੂੰ ਕਾਲ ਕਰ ਸਕਦੇ ਨੇ ਜੀ। ਲਾਈਵ ਸ਼ੋ ਹੈਗਾ ਸੀ, ਲੇਕਿਨ ਸਾਰੀਆਂ ਕਾਲਸ ਅਸੀਂ ਸ਼ੋ ਦੇ ਦੌਰਾਨ ਨਹੀਂ ਲੈ ਸਕਦੇ ਹੁੰਦੇ, ਸੋ ਇਸ ਕਰਕੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ। ਤੁਹਾਡਾ ਜਿਹੜਾ ਵੀ ਸਵਾਲ ਹੋਊਗਾ ਤੁਹਾਨੂੰ ਅੰਗਦ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਦੀ ਜਿਹੜੀ ਸਹੀ ਬਣਦੀ ਜਾਣਕਾਰੀ ਹੈ ਜ਼ਰੂਰ ਦਿੱਤੀ ਜਾਊਗੀ। ਰੱਖੋ ਧਿਆਨ, ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ।